Attention Outlook। ਜਦੋਂ ਬਾਬਰ ਨੇ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਤਾਂ ਗੁਰੂ ਸਾਹਿਬ ਨੇ ਉਸ ਵਕਤ ਦੇ ਹਾਲਾਤ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਬਿਆਨ ਕੀਤਾ। 4 ਸ਼ਬਦ ਗੁਰੂ ਨਾਨਕ ਸਾਹਿਬ ਨੇ ਲਿਖੇ। ਇਹਨਾਂ 4 ਸ਼ਬਦਾਂ ਨੂੰ ਇਕੱਠਿਆਂ ਕਰਕੇ ਬਾਬਰ ਬਾਣੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਬਾਬਰ ਬਾਣੀ ਦਾ ਇੱਕ ਹਿੱਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 360ਵੇਂ ਅੰਗ 'ਤੇ, ਇੱਕ ਹਿੱਸਾ 417ਵੇਂ 18ਵੇਂ ਅੰਗ 'ਤੇ ਅਤੇ ਇੱਕ ਹਿੱਸਾ 722ਵੇਂ 23ਵੇਂ ਅੰਗ 'ਤੇ ਵਿਰਾਜਮਾਨ ਹੈ। ਸੋ 417ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੇ ਵਿੱਚ ਅੱਜ ਆਪਾਂ ਉਹ ਇੱਕ ਹਿੱਸਾ ਬਾਬਰ ਬਾਣੀ ਦਾ ਪੜ੍ਹਾਂਗੇ। ਵੀਡੀਓ ਚੰਗੀ ਲੱਗੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ। ਆਓ ਜਾਣੀਏ ਕਿ ਗੁਰੂ ਸਾਹਿਬ ਦੇ ਇਸ ਬਿਆਨ ਦੇ ਵਿੱਚੋਂ ਸਾਡੇ ਲਈ ਕੀ ਸਿੱਖਿਆ ਨਿਕਲ ਕੇ ਆਉਂਦੀ ਹੈ। ਰਾਗ ਆਸਾ ਮਹਿਲਾ ਪਹਿਲਾ, ਅਸ਼ਟਪਦੀਆਂ, ਘਰ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਨ ਸਿਰ ਸੋਹਨ ਪੱਟੀਆਂ, ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨਿਅਨ, ਗਲ ਵਿੱਚ ਆਵੈ ਧੂੜ, ਮਹਿਲਾਂ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣ ਹਦੂਰ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਇਸਤਰੀਆਂ ਦੇ ਸਿਰ ਉੱਤੇ ਕੇਸਾਂ ਦੇ ਵਿਚਕਾਰਲੇ ਚੀਰ ਵਿੱਚ ਸੰਧੂਰ ਪਾ ਕੇ ਕਾਲੇ ਕੇਸਾਂ ਦੀਆਂ ਪੱਟੀਆਂ ਹੁਣ ਤੱਕ ਸੋਭਦੀਆਂ ਆ ਰਹੀਆਂ ਸਨ, ਕੈਂਚੀ ਦੇ ਨਾਲ ਉਹਨਾਂ ਦੇ ਇਹ ਵਾਲ ਕੱਟੇ ਜਾ ਰਹੇ ਹਨ, ਉਹਨਾਂ ਦੇ ਗਲ ਵਿੱਚ ਧੂੜ ਪੈ ਰਹੀ ਹੈ, ਜਾਣੀ ਕਿ ਮੂੰਹ ਦੇ ਵਿੱਚ ਮਿੱਟੀ ਪਾਈ ਜਾ ਰਹੀ ਹੈ। ਜਿਹੜੀਆਂ ਪਹਿਲਾਂ ਆਪਣੇ ਮਹਿਲਾਂ ਦੇ ਅੰਦਰ ਵਸਦੀਆਂ ਸਨ, ਹੁਣ ਉਹਨਾਂ ਨੂੰ ਉਹਨਾਂ ਮਹਿਲਾਂ ਦੇ ਕਿਤੇ ਨੇੜੇ ਵੀ ਢੁੱਕਣ ਨਹੀਂ ਦਿੱਤਾ ਜਾਂਦਾ। ਆਦੇਸ ਬਾਬਾ ਆਦੇਸ, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ ਰਹਾਓ। ਗੁਰੂ ਸਾਹਿਬ ਕਹਿੰਦੇ ਹੈ ਅਕਾਲ ਪੁਰਖ, ਇਸ ਵੱਡੀ ਵਿਪਤਾ ਦੇ ਵੇਲੇ ਸਾਡੇ ਜੀਵਾਂ ਦੀ ਤੈਨੂੰ ਹੀ ਨਮਸਕਾਰ ਹੈ। ਤੂੰ ਹੀ ਸਾਡਾ ਸਹਾਰਾ ਹੈ, ਤੂੰ ਹੀ ਸਾਡਾ ਆਸਰਾ ਹੈ, ਹੋਰ ਕੌਣ ਹੋ ਸਕਦਾ ਹੈ। ਹੇ ਆਦ ਪੁਰਖ, ਤੇਰੇ ਭਾਣਿਆਂ ਦਾ ਸਾਨੂੰ ਭੇਤ ਨਹੀਂ ਮਿਲਦਾ। ਤੂੰ ਇਹ ਭਾਣੇ ਆਪ ਹੀ ਕਰਕੇ ਆਪ ਹੀ ਵੇਖ ਰਿਹਾ ਹੈ। ਮਹੱਤਵਪੂਰਨ ਗੱਲ, ਬੜੀ ਹੀ ਮਹੱਤਵਪੂਰਨ ਗੱਲ। ਗੁਰੂ ਸਾਹਿਬ ਕਹਿੰਦੇ ਕਿ ਤੇਰੇ ਭਾਣਿਆਂ ਦਾ ਸਾਨੂੰ ਭੇਤ ਨਹੀਂ ਮਿਲਦਾ, ਕਿਉਂਕਿ ਜੇ ਅਸੀਂ ਦੁਨਿਆਵੀ ਅਰਥਾਂ ਦੇ ਵਿੱਚ ਉਸ ਵਰਤਾਰੇ ਨੂੰ ਜਾਂ ਉਸ ਵਰਗੇ ਹੋਰ ਅਨੇਕਾਂ ਹੀ ਵਰਤਾਰੇ ਉਦੋਂ ਪਹਿਲਾਂ ਤੇ ਉਦੋਂ ਬਾਅਦ ਵੀ ਹੁੰਦੇ, ਅੱਜ ਵੀ ਹੋ ਰਹੇ ਨੇ। ਜੇ ਅਸੀਂ ਦੁਨਿਆਵੀ ਅਰਥਾਂ ਦੇ ਵਿੱਚ ਸੋਚਣ ਲੱਗੀਏ ਤੇ ਸਾਡੇ ਮਨ ਵਿੱਚ ਇੱਕ ਹੀ ਸਵਾਲ ਪੈਦਾ ਹੁੰਦਾ ਹੈ ਕਿ ਇਹਦਾ ਨੁਕਸਾਨ ਹੋ ਗਿਆ, ਇਸ ਗਰੀਬ ਦਾ, ਇਸ ਲਾਚਾਰ ਦਾ, ਇਸ ਬੇਕਸੂਰ ਦਾ ਨੁਕਸਾਨ ਹੋ ਗਿਆ। ਇਹਦਾ ਕੀ ਕਸੂਰ ਸੀ? ਇਹ ਕਿਉਂ ਹੋਇਆ? ਇਹਨੂੰ ਇਹ ਸਜ਼ਾ ਕਿਉਂ ਮਿਲੀ? ਜਾਂ ਕੋਈ ਇਸ ਪ੍ਰਕਾਰ ਦੀ ਆਫਤ ਆ ਜਾਏ, ਭਾਵੇਂ ਕੁਦਰਤੀ ਹੋਵੇ ਜਾਂ ਬੰਦੇ ਵੱਲੋਂ ਪੈਦਾ ਕੀਤੀ ਗਈ ਹੋਵੇ। ਕੋਈ ਜੰਗ ਲੱਗ ਜਾਏ, ਉਸ ਜੰਗ ਦੇ ਵਿੱਚ ਅਨੇਕਾਂ ਹੀ ਮਜ਼ਲੂਮ ਆਮ ਲੋਕ ਮਾਰੇ ਜਾਂਦੇ ਨੇ, ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ। ਸੋ ਦੁਨਿਆਵੀ ਅਰਥਾਂ ਵਿੱਚ ਸੋਚਣ ਲੱਗੀਏ ਤੇ ਅਸੀਂ ਸਿਰ ਫੜ ਕੇ ਬੈਠ ਜਾਂਦੇ ਹਾਂ ਕਿ ਇਹਨਾਂ ਦਾ ਕੀ ਕਸੂਰ ਸੀ, ਇਹ ਕਿਉਂ ਮਾਰੇ ਗਏ। ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਉਹ ਪਰਮਾਤਮਾ ਆਪ ਹੀ ਇਹ ਭਾਣੇ ਕਰ ਕਰਕੇ ਤੇ ਆਪ ਹੀ ਵੇਖ ਰਿਹਾ ਹੈ। ਕਰ ਕਰ ਦੇਖੈ ਵੇਸ। ਜਦੋਂ ਸੀਆਂ ਵਿਆਹੀਆਂ, ਲਾੜੇ ਸੋਹਨ ਪਾਸ, ਹੀ ਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀਐ, ਝੱਲੇ ਚਮਕਨ ਪਾਸ। ਜਦੋਂ ਉਹ ਸੁੰਦਰੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ। ਉਹ ਪਾਲਕੀਆਂ ਵਿੱਚ ਚੜ੍ਹ ਕੇ ਆਈਆਂ, ਉਹਨਾਂ ਦੀਆਂ ਬਾਹਾਂ ਉੱਤੇ ਹਾਥੀ ਦੰਦ ਦੇ ਚੂੜੇ ਸਜੇ ਹੋਏ ਸਨ। ਸਹੁਰੇ ਘਰ ਆਈਆਂ ਦੇ ਉੱਤੋਂ ਦੀ ਸ਼ਗਨਾਂ ਦਾ ਪਾਣੀ ਵਾਰਿਆ ਜਾਂਦਾ ਸੀ। ਸ਼ੀਸ਼ਿਆਂ ਜੜੇ ਪੱਖੇ ਉਹਨਾਂ ਦੇ ਕੋਲ ਉਹਨਾਂ ਦੇ ਹੱਥਾਂ ਵਿੱਚ ਲਿਸ਼ਕ ਰਹੇ ਸਨ। 1 ਲੱਖ ਲਹਿਣ ਬੈਠੀਆਂ, ਲੱਖ ਲਹਿਣ ਖੜੀਆਂ, ਗਰੀ ਛੁਹਾਰੇ ਖਾਂਦੀਆਂ, ਮਾਨਣ ਸੇਜੜੀਆਂ, 3 ਗਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ। ਸਹੁਰੇ ਘਰ ਆ ਕੇ ਬੈਠੀਆਂ ਉਹ 1-1 ਲੱਖ ਰੁਪਈਆ ਸ਼ਗਨਾਂ ਦਾ ਲੈਂਦੀਆਂ ਸਨ, ਖਲੋਤੀਆਂ ਹੋਈਆਂ ਵੀ ਲੈਂਦੀਆਂ ਸਨ, ਗਰੀ ਛੁਹਾਰੇ ਖਾਂਦੀਆਂ ਸਨ, ਸੋਹਣੀਆਂ ਸੇਜਾਂ ਮਾਣਦੀਆਂ ਸਨ। ਪਰ ਅੱਜ ਉਹਨਾਂ ਦੇ ਗਲ ਵਿੱਚ ਜ਼ਾਲਮਾਂ ਨੇ
ਰੱਸੀਆਂ ਪਾਈਆਂ ਹੋਈਆਂ ਹਨ। ਜੋ ਮੋਤੀਆਂ ਦੇ ਹਾਰ ਉਹਨਾਂ ਦੇ ਗਲੇ ਵਿੱਚ ਪਾਏ ਸਨ, ਉਹਨਾਂ ਦੀ ਥਾਂ ਤੇ ਹੁਣ ਰੱਸੀਆਂ ਪਾਈਆਂ ਹੋਈਆਂ ਨੇ ਤੇ ਉਹ ਹਾਰ ਟੁੱਟ ਰਹੇ ਨੇ। ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਦੂਤਾਂ ਨੂੰ ਫਰਮਾਇਆ, ਲੈ ਚੱਲੇ ਪਤ ਗਵਾਏ। ਜੇ ਤਿਸ ਭਾਵੈ ਦੇ ਵਡਿਆਈ, ਜੇ ਭਾਵੈ ਦੇ ਸਜ਼ਾਈ। ਉਹਨਾਂ ਦਾ ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਇਸਤਰੀਆਂ ਨੂੰ, ਉਹਨਾਂ ਸੁੰਦਰੀਆਂ ਨੂੰ ਨਸ਼ਾ ਚਾੜਿਆ ਹੋਇਆ ਸੀ, ਅੱਜ ਉਹ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ। ਇੱਕ ਗੱਲ ਤੇ ਉਹਨਾਂ ਦਾ ਧਨ ਜੋਬਨ ਇਸ ਵਿਪਤਾ ਤੋਂ ਉਹਨਾਂ ਨੂੰ ਬਚਾ ਨਹੀਂ ਸਕਿਆ, ਤੇ ਦੂਸਰੀ ਗੱਲ, ਬਲਕਿ ਜਿਹੜੀਆਂ ਜ਼ਿਆਦਾ ਅਮੀਰ ਤੇ ਜ਼ਿਆਦਾ ਸੋਹਣੀਆਂ ਸਨ, ਹੋ ਸਕਦਾ ਹੈ ਉਹਨਾਂ 'ਤੇ ਤਸ਼ੱਦਦ ਵੱਧ ਹੋਇਆ ਹੋਵੇ ਜਾਂ ਪਹਿਲਾਂ ਹੋਇਆ ਹੋਵੇ, ਇਸ ਕਰਕੇ ਉਹਨਾਂ ਦਾ ਧਨ ਤੇ ਜੋਬਨ ਉਹਨਾਂ ਦਾ ਵੈਰੀ ਬਣ ਗਿਆ। ਉਹੀ ਧਨ ਜੋਬਨ ਜਿਹਦਾ ਨਸ਼ਾ ਉਹਨਾਂ ਨੂੰ ਕਦੇ ਚੜ੍ਹਿਆ ਕਰਦਾ ਸੀ। ਬਾਬਰ ਨੇ ਆਪਣੇ ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ ਕਿ ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲਿਜਾ ਰਹੇ ਹਨ, ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ। ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਆਪਣੇ ਪੈਦਾ ਕੀਤੇ ਹੋਏ ਜੀਵਾਂ ਨੂੰ ਵਡਿਆਈ ਆਦਰ ਬਖਸ਼ ਦਿੰਦਾ ਹੈ, ਜੇ ਚੰਗਾ ਲੱਗੇ ਤੇ ਸਜ਼ਾ ਦੇ ਦਿੰਦਾ ਹੈ। ਉਹਦੀ ਰਜ਼ਾ ਹੈ। ਅੱਗੋਂ ਦੇ ਜੇ ਚੇਤੀ ਹੈ, ਤਾਂ ਕਾਇਤ ਮਿਲੈ ਸਜਾਏ। ਸ਼ਾਹਾਂ ਸੁਰਤ ਗਵਾਈਆਂ, ਰੰਗ ਤਮਾਸ਼ਾ ਚਾਏ। ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ। ਗੁਰੂ ਸਾਹਿਬ ਕਹਿੰਦੇ ਕਿ ਜੇ ਪਹਿਲਾਂ ਹੀ ਆਪੋ ਆਪਣੇ ਫਰਜ਼ ਨੂੰ ਚੇਤੇ ਕੀਤਾ ਹੁੰਦਾ। ਇੱਥੇ ਉਹਨਾਂ ਪਠਾਨ ਹਾਕਮਾਂ ਦੀ ਗੱਲ ਕਰਦੇ ਪਏ ਨੇ, ਜਿਨ੍ਹਾਂ ਦਾ ਸੈਦਪੁਰ 'ਤੇ ਉਸ ਵਕਤ ਰਾਜ ਸੀ, ਕਿ ਜੇ ਉਹਨਾਂ ਨੇ ਆਪਣੇ ਫਰਜ਼ਾਂ ਨੂੰ ਪਹਿਲਾਂ ਹੀ ਚੇਤੇ ਕੀਤਾ ਹੁੰਦਾ, ਤੇ ਨਾਲ ਸਾਨੂੰ ਵੀ ਸਮਝਾ ਰਹੇ ਨੇ ਕਿ ਅਸੀਂ ਆਪਣੇ ਫਰਜ਼ਾਂ ਨੂੰ ਚੇਤੇ ਦੇ ਵਿੱਚ ਰੱਖੀਏ, ਤਾਂ ਸਾਨੂੰ ਅਜਿਹੀਆਂ ਸਜ਼ਾਵਾਂ ਕਿਉਂ ਮਿਲਣ। ਕਹਿੰਦੇ ਇੱਥੋਂ ਦੇ ਹਾਕਮਾਂ ਨੇ ਐਸ਼ ਵਿੱਚ, ਤਮਾਸ਼ਿਆਂ ਦੇ ਚਾਅ ਵਿੱਚ ਆਪਣਾ ਫਰਜ਼ ਭੁਲਾ ਦਿੱਤਾ ਸੀ। ਹੁਣ ਜਦੋਂ ਬਾਬਰ ਦੀ ਦੁਹਾਈ ਫਿਰੀ ਹੈ, ਤਾਂ ਹੋਰ ਪਰਜਾ ਤਾਂ ਕਿਤੇ ਰਹੀ, ਕੋਈ ਪਠਾਨ ਸ਼ਹਿਜ਼ਾਦਾ ਵੀ ਕਿਤੋਂ ਮੰਗ ਕੇ ਵੀ ਰੋਟੀ ਨਹੀਂ ਖਾ ਸਕਦਾ। ਕੋਇਰ ਤੋਂ ਭਾਵ ਸ਼ਹਿਜ਼ਾਦਾ। ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਈ। ਇੱਕ ਨਾ ਵਕਤ ਖੁਆਈ ਹੈ, ਇੱਕ ਨਾ ਪੂਜਾ ਜਾਈ। ਇਹ ਨਹੀਂ ਕਿ ਸਿਰਫ ਹਿੰਦੂਆਂ ਦੇ ਉੱਪਰ ਹੀ ਤਸ਼ੱਦਦ ਹੋਇਆ। ਗੁਰੂ ਸਾਹਿਬ ਦੱਸਦੇ ਪਏ ਨੇ ਕਿ ਇੱਕ ਪਾਸੇ ਤੇ ਉਹ ਜੀਵ ਇਸਤਰੀਆਂ ਨੇ ਜੋ ਮੁਸਲਿਮ ਧਰਮ ਦੇ ਨਾਲ ਸੰਬੰਧ ਰੱਖਦੀਆਂ ਨੇ, ਉਹਨਾਂ ਦੇ ਨਮਾਜ਼ ਦੇ ਵਕਤ ਖੁੰਝ ਰਹੇ ਨੇ, ਤੇ ਦੂਜੇ ਪਾਸੇ ਹਿੰਦੂ ਇਸਤਰੀਆਂ ਨੇ ਜਿਨ੍ਹਾਂ ਦਾ ਪੂਜਾ ਦਾ ਸਮਾਂ ਲੰਘ ਰਿਹਾ ਹੈ। ਚੌਂਕੇ ਵਿਣ ਹਿੰਦਵਾਣੀਆਂ, ਕਿਉਂ ਟਿੱਕੇ ਕੱਢੈ ਨਾਏ। ਰਾਮ ਨਾ ਕਬਹੂ ਚੇਤਿਓ, ਹੁਣ ਕਹਿਣ ਨਾ ਮਿਲੈ ਖੁਦਾਏ। ਜਿਹੜੀਆਂ ਇਸਤਰੀਆਂ ਪਹਿਲਾਂ ਨਹਾ ਕੇ ਟਿੱਕੇ ਲਾ ਕੇ ਸੁੱਚੇ ਚੌਂਕੇ ਵਿੱਚ ਬੈਠਦੀਆਂ ਸਨ, ਹੁਣ ਨਾ ਤਾਂ ਉਹ ਇਸ਼ਨਾਨ ਕਰਕੇ ਟਿੱਕੇ ਲਾ ਸਕ ਰਹੀਆਂ ਨੇ, ਤੇ ਨਾ ਹੀ ਉਹਨਾਂ ਦੇ ਚੌਂਕੇ ਹੀ ਸੁੱਚੇ ਰਹਿ ਗਏ। ਸੁੱਚੇ ਤਾਂ ਛੱਡੋ, ਚੌਂਕੇ ਹੀ ਨਹੀਂ ਰਹੇ। ਜਿਨ੍ਹਾਂ ਨੇ ਅੱਗੇ ਧਨ ਜੋਬਨ ਦੇ ਨਸ਼ੇ ਵਿੱਚ ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ, ਹੁਣ ਜ਼ਾਬਰ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਖੁਦਾ ਖੁਦਾ ਵੀ ਆਖਣਾ ਨਹੀਂ ਮਿਲ ਰਿਹਾ। ਇੱਕ ਘਰ ਆਵੈ ਆਪਣਾ, ਇੱਕ ਮਿਲ ਮਿਲ ਪੁੱਛੈ ਸੁੱਖ। ਇੱਕ ਨਾ ਇਹੋ ਲਿਖਿਆ, ਬਹਿ ਬਹਿ ਰੋਵੈ ਦੁੱਖ। ਜੋ ਤਿਸ ਭਾਵੈ ਸੋ ਥੀਐ, ਨਾਨਕ ਕਿਆ ਮਾਨੁਖ। ਗੁਰੂ ਸਾਹਿਬ ਕਹਿੰਦੇ ਬਾਬਰ ਦੀ ਕਤਲੇਆਮ ਕੈਦ ਦੇ ਵਿੱਚੋਂ ਜਿਹੜੇ ਕੋਈ ਵਿਰਲੇ ਵਿਰਲੇ ਮਨੁੱਖ ਬਚ ਕੇ ਆਪੋ ਆਪਣੇ ਘਰ ਵਿੱਚ ਆਉਂਦੇ ਹਨ, ਉਹ ਇੱਕ ਦੂਜੇ ਨੂੰ ਮਿਲ ਕੇ ਇੱਕ ਦੂਜੇ ਦੀ ਸੁੱਖ ਸਾਂਦ ਪੁੱਛਦੇ ਹਨ। ਅਨੇਕਾਂ ਦੇ ਸਾਕ ਸੰਬੰਧੀ ਜਾਂ ਤੇ ਮਾਰੇ ਗਏ ਨੇ ਜਾਂ ਕੈਦ ਕੀਤੇ ਜਾ ਚੁੱਕੇ ਨੇ। ਉਹਨਾਂ ਦੀ ਕਿਸਮਤ ਵਿੱਚ ਕਹਿੰਦੇ ਇਹ ਵਿਪਤਾ ਲਿਖੀ ਪਈ ਸੀ। ਉਹ ਇੱਕ ਦੂਜੇ ਪਾਸ ਬੈਠ ਕੇ ਆਪੋ ਆਪਣੇ ਦੁੱਖ ਰੋਂਦੇ ਨੇ, ਰੋ ਰੋ ਕੇ ਆਪਣੇ ਦੁੱਖ ਦੱਸਦੇ ਨੇ। ਪਰ ਹੇ ਨਾਨਕ, ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ। ਉਹੀ ਕੁਝ ਵਾਪਰਦਾ ਹੈ ਜੋ ਸਿਰਜਣਹਾਰ ਕਰਤਾਰ ਨੂੰ ਭਾਉਂਦਾ ਹੈ। ਇਹ ਸਿੱਖਿਆ ਸਾਡੇ ਲਈ ਮਹੱਤਵਪੂਰਨ ਹੈ, ਇਸ ਸ਼ਬਦ ਦੇ ਵਿੱਚੋਂ ਗ੍ਰਹਿਣ ਕਰ ਲੈਣੀ, ਕਿਉਂਕਿ ਅਸੀਂ ਅਕਸਰ ਹੀ ਆਪਣੇ ਜੀਵਨ ਵਿੱਚ ਘਟਣ ਵਾਲੀਆਂ ਛੋਟੀਆਂ ਛੋਟੀਆਂ ਘਟਨਾਵਾਂ 'ਤੇ ਦੁਖੀ ਹੋ ਜਾਂਦੇ ਹਾਂ। ਇਹ ਤੇ ਬਹੁਤ ਵੱਡੀ ਵਿਪਤਾ ਸੀ ਜੋ ਉਸ ਵਕਤ ਲੋਕਾਂ ਦੇ ਉੱਪਰ ਪਈ। ਸਿਰਫ ਉਸ ਵਕਤ ਹੀ ਨਹੀਂ, ਉਦੋਂ ਪਹਿਲਾਂ ਵੀ, ਉਦੋਂ ਬਾਅਦ ਵੀ ਇੰਜ ਦੇ ਵਰਤਾਰੇ
ਆਮ ਹੀ ਹੁੰਦੇ ਆਏ ਨੇ, ਅੱਜ ਕੱਲ੍ਹ ਵੀ ਹੁੰਦੇ ਪਏ ਨੇ। ਸਿੱਖਣ ਵਾਲੀ ਗੱਲ ਇਹ ਹੈ ਕਿ ਜੋ ਕੁਝ ਉਸ ਕਰਤਾਰ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ। ਸੋ ਉਹਦੀ ਰਜ਼ਾ ਨੂੰ ਅਸੀਂ ਖਿੜੇ ਮੱਥੇ ਕਬੂਲ ਕਰਨਾ ਸਿੱਖੀਏ।